ਆਪਾਂ ਫਗਵਾੜਾ ਵਿਖੇ ਪਹੁੰਚੇ ਹਾਂ ਤੇ ਹਮੇਸ਼ਾ ਆਪਾਂ ਆਪਣੇ ਕਸਟਮਰਸ ਦੇ ਨਾਲ ਪੇਸ਼ੈਂਟਸ ਦੇ ਨਾਲ ਜੁੜਦੇ ਹਾਂ ਤਾਂ ਜੋ ਉਹਨਾਂ ਦੇ ਜਿਹੜੇ ਰਿਵਿਊਜ਼ ਆ ਤੁਹਾਡੇ ਤੱਕ ਪਹੁੰਚ ਸਕਣ। ਅੱਜ ਤੱਕ ਨੈਚੁਰਲ ਕੰਟਰੀਜ਼ ਉਹਨਾਂ ਨੇ ਜੋ ਵੀ ਰਿਜ਼ਲਟਸ ਦੇਖੇ ਹੈਗੇ ਆ ਤੁਹਾਡੇ ਤੱਕ ਪਹੁੰਚ ਸਕਣ। ਤੇ ਅੱਜ ਸਾਡੇ ਨਾਲ ਡਾਕਟਰ JS ਵਿਰਕ ਜੀ MBBS FCGP FAMS PGP GM ਫਗਵਾੜਾ ਤੋਂ ਸਾਡੇ ਨਾਲ ਜਿਹੜੇ ਸਾਡੀ ਫੈਮਿਲੀ ਦਾ ਹਿੱਸਾ ਹਨ। ਤੇ ਅੱਜ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜੇ ਕੁਝ ਜਨਰਲ ਇੱਦਾਂ ਦੇ ਸਾਡੇ ਕੁਐਸਚਨਸ ਹੁੰਦੇ ਆ ਕੁਐਰੀਜ਼ ਹੁੰਦੀਆਂ ਆ ਜਿਹਨਾਂ ਨਾਲ ਰਿਲੇਟਿਡ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਨ 'ਚ ਰਹਿ ਜਾਂਦੀਆਂ ਨਹੀਂ ਪੁੱਛ ਪਾਉਂਦੇ ਜਾਂ ਫਿਰ ਕਹਿ ਲਓ ਕਿ ਉਸ ਚੀਜ਼ ਦੀ ਸਾਨੂੰ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ। ਤੇ ਅੱਜ ਡਾਕਟਰ JS ਵਿਰਕ ਜੀ ਸਾਡੇ ਨਾਲ ਜੁੜੇ ਹਨ ਤੇ ਸਾਨੂੰ ਇਹ ਬਹੁਤ ਹੀ ਨੋਰਮਲ ਕੁਐਰੀਜ਼ ਜਿਹੜੀਆਂ ਕਿ ਸਾਰਿਆਂ ਦੀਆਂ ਹੁੰਦੀਆਂ ਹੀ ਹੈਗੀਆਂ ਆ ਉਹਦੇ ਬਾਰੇ ਜਾਣਕਾਰੀ ਦੇਣਗੇ। ਤੇ ਆਪਾਂ ਵੈਲਕਮ ਕਰਦੇ ਹਾਂ। ਵੈਲਕਮ ਡਾਕਟਰ ਵਿਰਕ ਜੀ। ਜੀ ਤੇ ਡਾਕਟਰ ਵਿਰਕ ਜੀ ਜਿਵੇਂ ਸਾਨੂੰ ਇਹ ਦੱਸੋ ਕਿ ਨੋਰਮਲ ਬੋਡੀ ਬਾਰੇ ਤਾਂ ਹਰ ਕੋਈ ਜਾਣਦਾ ਹੈ ਲੇਕਿਨ ਜਿਹੜਾ ਸਾਡੇ ਸਰੀਰ ਹੈਗਾ ਇਹ ਇਹਨਾਂ ਚੀਜ਼ਾਂ ਨਾਲ ਬਣਿਆ ਹੈਗਾ ਤੁਸੀਂ ਥੋੜਾ ਇਹਨੂੰ ਸੰਖੇਪ ਵਿੱਚ ਦੱਸੋ। शुक्रिया चेतना जी, मेरे अपने सारे दर्शकों का बहुत शुक्रगुजार और नमस्कार और सत श्री अकाल कहना है। और इस बारे साड़ी बॉडी जी है वो जो कुछ असी खाने उस तो ही बनता है जो साढ़े खुराक के तत्त होंगे हैं वो तत्त बदल के साड़ी बॉडी उन्होंने साढ़े मास के साढ़े खून के साड़ियाँ हड्डियाँ के साढ़े टिशूज़ के तब्दील कर रही है। ये सारे तत्त जोड़े है इन्होंने खास करके प्रोटीन और फैट दो चीज़ा बहुत इंपॉर्टेंट है। जिन्ने भी साढ़े टिशूज़ है उन्होंने मेनली जो तत्त है वो प्रोटीन का है और दूसरा तत्त खास करके साड़ियाँ नर्व्स जोड़ियाँ है साड़ा ब्रेन है वो फैट का बहुत रोल है वो फैट है। और तीसरी चीज़ ये है कि जिन्ने साढ़े हारमोन्स हैं उन्होंने भी फैट का बहुत रोल है, प्रोटीन का बहुत रोल है, खून के साढ़े प्रोटीन का बहुत रोल है। तो जोड़ा साढ़े कार्बोहाइड्रेट है वो सानू एनर्जी देने बहुत मतलब इंपॉर्टेंट है। सो ये तिना चीज़ों के नाल साडी बॉडी की बनतर बनती है। एनर्जी लिए साढ़े कार्बोहाइड्रेट है, प्रोटीन के फैट साडी बॉडी की स्ट्रक्चर के लिए है, कई मिनरल्स हैं और कई विटामिन्स हैं, कई फाइटोन्यूट्रिएंट्स हैं वो भी इन्होंने सारे होते हैं। ਤੇ ਡਾਕਟਰ ਸਾਹਿਬ ਜਿਵੇਂ ਸੈੱਲਾਂ ਦੀ ਗੱਲ ਕਰੀਏ ਤਾਂ ਜਿਹੜੇ ਸੈੱਲ ਹੈਗੇ ਸਾਡੇ ਸਰੀਰ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਵੱਡੀ ਭੂਮਿਕਾ ਹੈ ਇਹ ਜਿਵੇਂ ਘਟ ਜਾਂਦੇ ਆ ਵੱਧ ਜਾਂਦੇ ਆ ਇਹਨਾਂ ਦਾ ਕੀ ਇਦਾਂ ਦੀ ਰੋਲ ਹੈਗਾ ਸਾਡੀ ਬੋਡੀ 'ਚ ਜਿਹਦੇ ਕਾਰਨ ਸਾਨੂੰ ਬਿਮਾਰੀਆਂ ਲੱਗਦੀਆਂ ਨੇ। हाँ थोड़ा मेरा ख्याल है थोड़ा कहने का मतलब सारे ब्लड के सैल्स का है जी ब्लड सेल्स वो सारे ब्लड के विच कई तरह के सैल्स होते हैं। एक तरह लाल सैल्स होते हैं ਜਿਹੜੇ कि खून ਦੇ ਵਿੱਚ ਆਕਸੀਜਨ ਨੂੰ ਇੱਕ ਟਿਸ਼ੂ ਤੋਂ ਦੂਸਰੇ ਟਿਸ਼ੂ ਤੱਕ ਹੀਮੋਗਲੋਬਿਨ ਦੀ ਮਾਰਫਤ ਹੋ ਜਾਂਦੇ हैं। दूसरे वाइट ब्लड सैल्स होंगे ਜਿਹੜੇ ਸਾਡੇ ਇਮਿਊਨਿਟੀ ਲਈ ਬਹੁਤ ਇੰਪੋਰਟੈਂਟ ਹੈਗੇ ਜੀ। ਤੀਜੇ ਸੈੱਲ ਜਿਹੜੇ ਹੈ ਉਹ ਸਾਡੇ ਪਲੇਟਲੈਟਸ ਹੈਗੇ। ਅੱਜ ਕੱਲ੍ਹ ਜਿੰਨੀਆਂ ਵੀ ਵਾਇਰਲ ਡਿਜ਼ੀਜ਼ਸ ਹੋਈਆਂ ਹੈਗੀਆਂ ਉਹਨਾਂ ਦੇ ਵਿੱਚ ਪਲੇਟਲੈਟਸ ਜਿਹੜੇ ਹੈਗੇ ਆ ਉਹ ਬਹੁਤ ਘੱਟ ਜਾਂਦੇ ਹੈਗੇ। ਇਹ ਪਲੇਟਲੈਟਸ ਖਾਸ ਕਰਕੇ ਸਾਡੇ ਲਿਵਰ ਦੇ ਵਿੱਚ ਬਣਦੇ ਹੈਗੇ ਆ ਔਰ ਉਹ ਇਹ ਖਾਸ ਕਰਕੇ ਮਤਲਬ ਉਹਨਾਂ ਡਿਜ਼ੀਜ਼ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਮਾਤਰਾ ਦੇ ਵਿੱਚ ਘਟ ਜਾਂਦੇ ਆ। ਇਹਨਾਂ ਦਾ ਜੋ ਮੰਤਵ ਹੈ ਜੋ ਇਹਨਾਂ ਦੇ ਗੁਣ ਹੈ ਉਹਨਾਂ ਨੂੰ ਅਸੀਂ ਵਾਂਝੇ ਰਹਿ ਜਾਂਦੇ ਹੈਗੇ। ਖਾਸ ਕਰਕੇ ਇਹਨਾਂ ਦਾ ਪਲੇਟਲੈਟਸ ਦਾ ਕੰਮ ਖੂਨ ਨੂੰ ਕਲੌਟ ਕਰਨਾ ਹੈ। ਜਦੋਂ ਕੋਈ ਖੂਨ ਵਗਦਾ ਹੈ ਉਹਦੇ ਵਿੱਚ ਇਹਨੂੰ ਖੂਨ ਵਹਿਣ ਤੋਂ ਰੋਕਣ ਲਈ ਕਲੌਟ ਬਣਨ ਲਈ ਇਹ ਮਦਦ ਕਰਦੇ ਹੈਗੇ। ਤੇ ਜਾਂ ਫਿਰ ਜਦੋਂ ਹਾਰਟ ਦੇ ਵਿੱਚ ਕਲੌਟ ਬਣ ਜਾਂਦੀ ਹੈ ਉਹਨਾਂ ਦੇ ਵਿੱਚ ਵੀ ਮਦਦ ਕਰਦੇ ਆ। ਪਰ ਜਦੋਂ ਇਹ ਘਟ ਜਾਂਦੇ ਹੈਗੇ ਆ ਤਾਂ ਖੂਨ ਦਾ ਵਹਿਣਾ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਰਹਿੰਦਾ ਹੈ ਤੇ ਕਈਆਂ ਦੀ ਮੌਤ ਜਿਹੜੀ ਹੈ ਖੂਨ ਦੇ ਵਹਿਣ ਦੇ ਨਾਲ ਹੋ ਜਾਂਦੀ ਹੈ। ਸੋ ਇਸ ਲਈ ਇਹਨਾਂ ਦਾ ਘਟਨਾ ਜਿਹੜਾ ਹੈਗਾ ਆ ਉਹ ਬਹੁਤ ਖਤਰਨਾਕ ਵੀ ਹੋ ਸਕਦਾ ਹੈਗਾ ਆ ਖਾਸ ਕਰਕੇ ਪਲੇਟਲੈਟਸ ਦਾ। दूजी गल है वाइट ब्लड सैल। वाइट ब्लड सैल साडे बॉडी दे विच साडी इम्यूनिटी जिहड़ी है
ਰੋਗ ਨੂੰ ਰੋਕਣ ਦੀ ਸ਼ਕਤੀ ਜਿਹੜੀ ਹੈਗੀ ਆ ਉਹਦੇ ਵਿੱਚ ਕੰਮ ਆਉਂਦੇ ਹੈਗੇ ਆ। ਜੇ ਇਹ ਵਾਈਟ ਬਲੱਡ ਸੈੱਲ ਘਟ ਜਾਣ ਤਾਂ ਉਹਦੇ ਨਾਲ ਸਾਡੀ ਰੋਗਾਂ ਨੂੰ ਲੜਨ ਦੀ ਸ਼ਕਤੀ ਜਿਹੜੀ ਆ ਉਹ ਘਟ ਜਾਂਦੀ ਹੈ ਤੇ ਜਿਹੜੀਆਂ ਆਵਾਗਮਨ ਦੀਆਂ ਮਤਲਬ ਬਿਮਾਰੀਆਂ ਹੈਗੀਆਂ ਜਾਂ ਬੈਕਟੀਰੀਆ ਹੈ ਉਹ ਵੀ ਸਾਡੇ ਤੇ ਆਮ ਹਮਲਾ ਕਰ ਦਿੰਦੇ ਆ ਤੇ ਸਾਨੂੰ ਰੋਗ ਯੁਕਤ ਬਣਾ ਦਿੰਦੇ ਹੈਗੇ। ਤੀਜੇ ਜਿਹੜੇ ਰੈੱਡ ਬਲੱਡ ਸੈੱਲ ਹੈ ਜੇ ਉਹ ਸਾਡੇ ਸਰੀਰ ਦੇ ਵਿੱਚ ਘਟ ਜਾਣ ਤਾਂ ਸਾਡੇ ਬੋਡੀ ਦੇ ਵਿੱਚ ਅਨੀਮੀਆ ਨਾਂ ਦੀ ਬਿਮਾਰੀ ਹੋ ਜਾਂਦੀ ਹੈ ਜਿਹਦੇ ਵਿੱਚ ਸਾਡਾ ਖੂਨ ਬਹੁਤ ਘਟ ਜਾਂਦਾ ਹੈ ਤੇ ਸਾਡੀ ਆਕਸੀਜਨ ਕੈਰਿੰਗ ਕੈਪੈਸਿਟੀ ਜਿਹੜੀ ਹੈਗੀ ਆ ਉਹ ਘਟ ਜਾਂਦੀ ਹੈ ਤੇ ਫਿਰ ਸਾਨੂੰ ਥਕਾਵਟ ਹੋ ਜਾਂਦੀ ਹੈ, ਸਾਡਾ ਸਾਹ ਚੜ੍ਹਨ ਲੱਗ ਪੈਂਦਾ ਹੈ, ਕਮਜ਼ੋਰੀ ਹੋ ਜਾਂਦੀ ਹੈ ਔਰ ਹੋਰ ਬੜੀਆਂ ਚੀਜ਼ਾਂ ਹੋ ਜਾਂਦੀਆਂ। ਇਸ ਤਰ੍ਹਾਂ ਜਿਹੜੇ ਮੇਨ ਹੈਗੇ ਆ ਸੈਲਸ ਸਾਡੀ ਬੋਡੀ ਦੇ ਜਿਹੜੇ ਸਰਕੂਲੇਟਿੰਗ ਸੈਲਸ ਹੈਗੇ ਆ ਅਗਰ ਇਹ ਘਟ ਜਾਣ ਤਾਂ ਇਹਨਾਂ ਨਾਲ ਇਹ ਤਕਲੀਫਾਂ ਹੋ ਸਕਦੀਆਂ ਜੀ। ਤੇ ਡਾਕਟਰ ਸਾਹਿਬ ਜਿਵੇਂ ਅੱਗੇ ਕਹਿੰਦੇ ਸੀਗੇ ਕਿ ਬੁਖਾਰ ਹੁੰਦਾ ਸੀ ਤਾਂ ਪੁਰਾਣੇ ਬਜ਼ੁਰਗ ਜਾਂ ਪੁਰਾਣੇ ਟਾਈਮ ਦੇ ਵਿੱਚ ਕਹਿੰਦੇ ਸੀਗੇ ਕਿ ਬੁਖਾਰ ਚੜਿਆ ਤਾਂ ਕੋਈ ਗੱਲ ਨਹੀਂ, ਤੁਸੀਂ ਆਪਣੇ ਐਕਟੀਵਿਟੀਜ਼ ਕਰੋ, ਕੰਮ ਕਰੋ ਰੈਗੂਲਰ ਤਾਂ ਬੁਖਾਰ ਉਤਰ ਜਾਏਗਾ। ਲੇਕਿਨ ਅੱਜ ਕੱਲ੍ਹ ਦਾ ਜਿਹੜਾ ਸਮਾਂ ਹੈਗਾ ਇਹਦੇ ਵਿੱਚ ਨਜ਼ਲਾ, ਜ਼ੁਕਾਮ, ਬੁਖਾਰ, ਕਫ, ਜਿਹਨੂੰ ਆਪਾਂ ਕਹਿੰਦੇ ਹਾਂ ਤੇ ਇਹ ਚੀਜ਼ਾਂ ਇੰਨੀਆਂ ਗੰਭੀਰ ਕਿਉਂ ਆਉਂਦੀਆਂ ਹੁਣ, ਕਿਉਂ ਨਹੀਂ ਆਪਾਂ ਇਹਨੂੰ ਪਹਿਲੇ ਦੇ ਤਰੀਕੇ ਨਾਲ ਸੌਰਟ ਆਊਟ ਕਰ ਪਾ ਰਹੇ? ਇੱਕ ਚੀਜ਼ ਤਾਂ ਮੈਂ ਤੁਹਾਨੂੰ ਤੁਸੀਂ ਪਹਿਲਾਂ ਜੋ ਗੱਲ ਕਹੀ ਹੈ ਕਿ ਜਦੋਂ ਸਾਨੂੰ ਬੁਖਾਰ ਹੁੰਦਾ ਹੈ ਤਾਂ ਉਹਦੇ ਲਈ ਬੁਖਾਰ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਕਿਉਂਕਿ ਜਦੋਂ ਸਾਡਾ ਨਾਰਮਲ ਟੈਂਪਰੇਚਰ 98.4 ਜਾਂ 6 ਅਸੀਂ ਲੈਂਦੇ ਹੈਗੇ ਆ, ਜਦੋਂ ਸਾਡੀ ਬੋਡੀ ਦੀ ਟੈਂਪਰੇਚਰ ਤਕਰੀਬਨ 100 ਤੱਕ ਹੋ ਜਾਂਦੀ ਆ ਤੇ ਸਾਡੀ ਬੋਡੀ ਦਾ ਹੀ ਇੱਕ ਐਸਾ ਸਿਸਟਮ ਹੈਗਾ ਜਿਹੜਾ ਕਿ ਜਿੰਨੇ ਵੀ ਬੈਕਟੀਰੀਆ ਹੁੰਦੇ ਆ ਉਹਨਾਂ ਨੂੰ 100 ਡਿਗਰੀ ਦੇ ਉੱਤੇ ਉਹਨਾਂ ਨੂੰ ਤਬਾਹ ਕਰ ਦਿੰਦਾ ਹੈ। ਸੋ ਇਸ ਕਰਕੇ ਜਿਹੜਾ 100 ਡਿਗਰੀ ਤੱਕ ਟੈਂਪਰੇਚਰ ਹੈ ਉਹ ਤਾਂ ਸਾਡੇ ਬਹੁਤ ਪ੍ਰੋਟੈਕਟਿਵ ਹੈਗਾ। ਉਹਨੂੰ ਅਸੀਂ ਕੀ ਕਰਦੇ ਹੈਗੇ ਆ, ਅਸੀਂ ਉਸੇ ਵੇਲੇ ਕੋਈ ਪੈਰਾਸੀਟਾਮੋਲ ਜਾਂ ਐਂਟੀਬਾਇਓਟਿਕ ਲੈ ਲੈਂਦੇ ਆ ਤਾਂ ਉਹਦੇ ਨਾਲ ਅਸੀਂ ਉਸ ਬੁਖਾਰ ਨੂੰ ਵੀ ਲਾਉਣ ਦੀ ਕੋਸ਼ਿਸ਼ ਕਰਦੇ ਆ ਔਰ ਸਮਝਦੇ ਆ ਕਿ ਬੁਖਾਰ ਆ ਗਿਆ ਤਾਂ ਕੀ ਕਿਆਮਤ ਆ ਗਈ। ਇਹ ਸਾਡੀ ਬੋਡੀ ਦਾ ਇੱਕ ਰਿਐਕਸ਼ਨ ਹੈ ਉਸ ਬਿਮਾਰੀ ਜਾਂ ਉਹ ਜਰਮਸ ਜਿਹੜੇ ਸਾਡੇ ਅੰਦਰ ਚਲੇ ਗਏ ਆ ਉਹਨਾਂ ਨੂੰ ਠੀਕ ਕਰਨ ਲਈ, ਉਹਨਾਂ ਨੂੰ ਰੋਕਣ ਲਈ। ਪਰ ਅਸੀਂ ਗਲਤ ਦਵਾਈਆਂ ਵਰਤ ਕੇ ਉਸ ਬੁਖਾਰ ਨੂੰ ਮਤਲਬ ਘੱਟ ਕਰਨ ਦੇ ਲਈ ਜਾਂ ਰੋਕਣ ਲਈ ਅਸੀਂ ਕੰਮ ਕਰਦੇ ਹਾਂ, ਉਹ ਗਲਤ ਹੈ। ਦੂਸਰੀ ਚੀਜ਼ ਤੁਸੀਂ ਕਿਹਾ ਹੈ ਕਿ ਨਜ਼ਲਾ ਜ਼ੁਕਾਮ ਜਿਹੜਾ ਹੈ ਉਹ ਅੱਜ ਕੱਲ੍ਹ ਆਮ ਹੋ ਗਿਆ। ਇੱਕ ਤਾਂ ਸਾਡੀ ਜਿਹੜੀ ਐਲਰਜੀ ਹੈ ਉਹ ਨਜ਼ਲੇ ਜ਼ੁਕਾਮ ਦਾ ਕਾਰਨ ਬਣਦੀ ਹੈ। ਦੂਸਰੀ ਚੀਜ਼ ਸਾਡੇ ਜਿੰਨੇ ਵਾਇਰਲ ਡਿਜ਼ੀਜ਼ਸ ਹੈਗੇ ਆ ਅੱਜ ਜਿਸ ਤਰ੍ਹਾਂ ਇਨਫਲੂਐਂਜ਼ਾ ਹੈ, ਫਲੂ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਵਾਇਰਲ ਡਿਜ਼ੀਜ਼ਸ ਹੈਗੇ ਆ ਇਹ ਸਾਡੀ ਬੋਡੀ ਦੀ ਰੈਜ਼ਿਸਟੈਂਸ ਤੇ ਡਿਪੈਂਡ ਕਰਦੇ ਹੈਗੇ। ਜੇ ਸਾਡੀ ਬੋਡੀ ਦੀ ਰੈਜ਼ਿਸਟੈਂਸ ਘਟ ਗਈ ਹੈ, ਇਮਿਊਨਿਟੀ ਘਟ ਗਈ ਹੈ ਤਾਂ ਇਹ ਸਾਨੂੰ ਇੱਕਦਮ ਕਾਬੂ ਕਰ ਲੈਂਦੀ ਹੈ। ਪਰ ਜੇ ਸਾਡੀ ਬੋਡੀ ਦੀ ਰੈਜ਼ਿਸਟੈਂਸ ਠੀਕ ਹੈਗੀ ਹੈ ਉਹ ਇਹਦਾ ਮੁਕਾਬਲਾ ਆਪਣੇ ਆਪ ਹੀ ਕਰ ਲੈਂਦੇ। ਸਾਡੀ ਬੋਡੀ ਦੇ ਵਿੱਚ ਇਸ ਤਰ੍ਹਾਂ ਦੀਆਂ ਮੈਕੈਨਿਜ਼ਮਸ ਹੈਗੀਆਂ ਕਿ ਕੋਈ ਵੀ ਵਾਇਰਸ ਆ ਜਾਏ ਔਰ ਉਹਨੂੰ ਫਿਰ ਛੱਡਦੀਆਂ ਨਹੀਂ। ਇੱਕ ਮੈਕੈਨਿਜ਼ਮ ਨਹੀਂ ਹੈ ਜਿੱਦਾਂ ਮਿਲਟਰੀ ਦੇ ਵਿੱਚ ਆਰਟਿਲਰੀ ਹੁੰਦੀ ਹੈ, ਮਤਲਬ ਪੈਦਲ ਫੌਜ ਹੁੰਦੀ ਹੈ, एरोप्लेन वाली एयरफोर्स होती है, नेवी वाली होती है, बाकी सीआरपी होती है, बीएसएफ होती है। इस तरह की डिफरेंट फौजा ਜਿਹੜੀਆਂ ਹੈਗੀਆਂ डिफरेंट ਟੁਕੜੀਆਂ ਹੈਗੀਆਂ ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਬਾਡੀ ਹੈ ਉਹਦੇ ਵਿੱਚ डिफरेंट ਮੈਕੈਨਿਜ਼ਮ ਹੈਗੀਆਂ ਜਿਹੜੀਆਂ ਕਿ ਹਰ ਤਰ੍ਹਾਂ ਦੇ ਬੈਕਟੀਰੀਆ ਨੂੰ, ਵਾਇਰਸ ਨੂੰ ਔਰ ਹੋਰ ਵੀ ਜਿਹੜੇ ਜਰਮਸ ਹੈਗੇ ਆ ਉਹਨਾਂ ਨੂੰ ਟੈਕਲ ਕਰਨ ਦੇ ਲਈ ਬਹੁਤ ਸક્ષਮ ਹੁੰਦੀਆਂ ਆ ਔਰ ਉਹ ਕਰ ਦਿੰਦੀਆਂ। पर ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਕਿਉਂ ਹੁੰਦੀ ਹੈ ਉਹਦਾ ਕਾਰਨ ਹੈ ਸਾਡੀ ਇਮਿਊਨਿਟੀ ਲੋ ਹੋ ਜਾਂਦੀ ਹੈ। ਉਹ ਲੋ ਕਿਉਂ ਹੁੰਦੀ ਹੈ? ਸਾਡਾ ਖਾਣ ਪਾਣ ਜਿਹੜਾ ਸਭ ਤੋਂ ਇੰਪੋਰਟੈਂਟ ਹੈ। ਅਸੀਂ ਕੋਈ ਵੀ ਚੀਜ਼ ਜਿਹੜੀ ਹੈ ਉਹ ਨਾਰਮਲ ਨਹੀਂ ਖਾਂਦੇ। ਇੱਕ ਤਾਂ ਜਿਹੜੇ ਫਾਸਟ ਫੂਡ ਹੈ ਉਹ ਲੇਡਨ ਵਿਦ ਕੈਮੀਕਲਸ ਹੈ, दूसरा अडल्ट्रेशन है, तीसरा ਅਸੀਂ ਢਾਬੇ ਹੈ ਜੋ ਜਾਂ ਰੋਡ ਸਾਈਡ ਤੋਂ ਖਾਣਾ ਖਾ ਲੈਂਦੇ ਹੈਗੇ ਆ ਕੋਈ ਵੀ ਚੀਜ਼ ਉਹਦੇ ਵਿੱਚ ਇੰਨੀ ਧੂੜ ਮਿੱਟੀ ਔਰ ਜਰਮਸ ਉਹਦੇ ਉੱਤੇ ਹੁੰਦੇ ਹੈਗੇ ਆ ਉਹਦਾ ਖਿਆਲ ਨਹੀਂ ਕਰਦੇ। ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਸਾਡੀ ਇਮਿਊਨਿਟੀ ਨੂੰ ਬਹੁਤ ਧੱਕਾ ਲਾਉਂਦੀਆਂ ਆ ਔਰ ਉਹਦੇ ਕਰਕੇ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਹੈਗਾ ਆ ਉਹ ਵੀਕ ਹੋ ਜਾਂਦਾ ਹੈ ਤੇ ਜਿਹਨੂੰ ਅਸੀਂ ਅਪੋਰਚੁਨਿਸਟਿਕ ਇਨਫੈਕਸ਼ਨ ਕਹਿੰਦੇ ਆ ਜਿਹੜੀ ਕਿ ਨਾਰਮਲ ਆਦਮੀ ਨੂੰ ਜਿਹੜਾ ਕਿ ਤੰਦਰੁਸਤ ਹੈ ਜਿਹਦਾ ਇਮਿਊਨ ਸਿਸਟਮ ਬਹੁਤ ਸਟਰੋਂਗ ਹੈ ਉਹਨੂੰ ਉਹ ਕੁਝ ਨਹੀਂ ਕਹਿ ਸਕਦਾ।
ਪਰ ਜਿਹਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੈ ਉਹਦੇ ਲਈ ਉਹ ਇੱਕ ਭਿਆਨਕ ਬਿਮਾਰੀ ਵੀ ਬਣ ਜਾਂਦੀ ਹੈ, ਜਿਸ ਤਰ੍ਹਾਂ ਕਿ ਏਡਸ ਦੀ ਬਿਮਾਰੀ ਹੈ। ਉਹ ਵੀ ਇੱਕ ਮਤਲਬ ਅਪੋਰਚੁਨਿਸਟਿਕ ਉਹਦੇ ਵਿੱਚ ਜਿੰਨੀਆਂ ਵੀ ਇਨਫੈਕਸ਼ਨ ਹੁੰਦੀਆਂ ਉਹ ਉਸ ਬੰਦੇ ਨੂੰ ਢਾ ਲੈਂਦੀਆਂ, ਪਰ ਨਾਰਮਲ ਬੰਦੇ ਨੂੰ ਕੁਝ ਨਹੀਂ ਕਹਿੰਦੀਆਂ। ਸੋ ਇਸ ਕਰਕੇ ਜਿਹੜੀ ਸਾਡੀ ਇਮਿਊਨਿਟੀ ਹੈ ਉਹਦਾ ਸਾਨੂੰ ਖਾਸ ਤੋਂ ਖਾਸ ਖਿਆਲ ਰੱਖਣਾ ਚਾਹੀਦਾ ਜੇ ਅਸੀਂ ਆਪਣੇ ਨਜ਼ਲੇ ਜ਼ੁਕਾਮ ਔਰ ਇਸ ਤਰ੍ਹਾਂ ਖੰਘ ਤੋਂ ਬਚਣਾ ਹੈ। ਜੀ ਡਾਕਟਰ ਸਾਹਿਬ, ਔਰ ਜਿਵੇਂ ਤੁਸੀਂ ਹੁਣੀ ਗੱਲ ਕਰ ਰਹੇ ਸੀ ਇਮਿਊਨਿਟੀ ਦੀ, ਕਈ ਲੋਕਾਂ ਨੂੰ ਇਹਦੀ ਇਮਿਊਨਿਟੀ ਬਾਰੇ ਨਹੀਂ ਪਤਾ ਹੈਗਾ। ਉਹ ਪੁੱਛਦੇ ਨੇ ਕਿ ਇਮਿਊਨਿਟੀ ਕੀ ਆ, ਕੀ ਭੂਮਿਕਾ ਹੈ ਸਾਡੇ ਸਰੀਰ ਦੇ ਅੰਦਰ, ਤੇ ਇਹਦਾ ਇਮਿਊਨਿਟੀ ਗੁੱਡ ਹੋਣ ਦਾ ਜਾਂ ਘੱਟ ਹੋਣ ਦਾ ਕੀ ਮਤਲਬ ਮਹੱਤਵ ਹੈ, ਕੀ ਚੀਜ਼ ਹੈ ਇਮਿਊਨਿਟੀ? ਇਹੀ ਗੱਲ ਮੈਂ ਤੁਹਾਨੂੰ ਹੁਣ ਦੱਸ ਰਿਹਾ ਸੀ ਕਿ ਜਿਹੜੀ ਸਾਡੀ ਇਮਿਊਨਿਟੀ ਹੈ, ਰੋਗਾਂ ਨਾਲ ਲੜਨ ਦੀ ਸ਼ਕਤੀ ਹੈ, ਉਹ ਪਰਮਾਤਮਾ ਨੇ ਇਨਬੋਰਨ ਸਾਨੂੰ ਦਿੱਤੀ ਹੈ। ਇਨੇਟ ਹੈ ਜਿਹਨੂੰ ਅਸੀਂ ਕਹਿੰਦੇ ਹੈਗੇ, ਕੁਛ ਇਨੇਟ ਹੈ ਤੇ ਕੁਛ ਅਕਵਾਇਰਡ ਹੈ। ਉਹਦੇ ਵਿੱਚ ਸਾਨੂੰ ਮਤਲਬ ਜੋ ਸਾਡੀ ਖੁਰਾਕ ਹੈ ਉਹ ਹੀ ਡਿਸਾਈਡ ਕਰਦੀ ਹੈ ਕਿ ਸਾਡੀ ਇਮਿਊਨਿਟੀ ਕਿਸ ਤਰ੍ਹਾਂ ਦੀ ਹੁੰਦੀ ਹੈ। ਜੇ ਅਸੀਂ ਆਪਣੀ ਖੁਰਾਕ ਦੇ ਵਿੱਚ ਸਹੀ ਤਰੀਕੇ ਦੀ ਖੁਰਾਕ, ਜਿਸ ਤਰ੍ਹਾਂ ਕਿ ਹਰੀਆਂ ਸਬਜ਼ੀਆਂ ਹੈ, ਫਲ ਫਰੂਟ ਹੈ ਔਰ सीड्स एंड नट्स है, ये ले लेने हैं, हेल्दी फैट्स ले लेने हैं, प्रोटीन ले लेने हैं, फाइबर न्यूट्रिएंट्स है जिन्हें सब्जियां दे विच फ्रूट्स दे विच वो ले लेने हैं। ये सारी चीज़ां ਜਿਹੜੀਆਂ ਹੈਗੀਆਂ ਸਾਡੀ ਕਮਿਊਨਿਟੀ ਨੂੰ ਗਰੋ ਕਰਾਉਣ ਦੇ ਵਿੱਚ ਫਾਇਦਾ ਦਿੰਦੀਆਂ ਹੈਗੀਆਂ। ਪਰ ਇਹਦੇ ਮੁਕਾਬਲੇ ਦੇ ਵਿੱਚ ਅਗਰ ਅਸੀਂ ਗਲਤ ਚੀਜ਼ਾਂ ਖਾਂਦੇ ਹਾਂ, ਫਾਸਟ ਫੂਡ ਖਾ ਲੈਂਦੇ ਹਾਂ, ਕੈਮੀਕਲ ਲੇਡਨ ਫੂਡਸ ਖਾ ਲੈਂਦੇ ਹਾਂ, ਪ੍ਰੋਸੈਸਡ ਫੂਡ ਖਾ ਲੈਂਦੇ ਹਾਂ, ਜਿਹੜੇ ਪੈਕੇਜ ਜਿਹੜੇ ਫੂਡਸ ਆਉਂਦੇ ਹੈਗੇ ਆ ਇਹ ਵਾਸਤੇ ਉਹ ਲੈ ਲੈਂਦੇ ਹੈਗੇ ਆ, ਜਾਂ ਕਈ ਵਾਰੀ ਅਸੀਂ ਅਨਕੁਕਡ ਫੂਡ ਜਿਹੜਾ ਮਤਲਬ ਬੈਡਲੀ ਕੁਕਡ ਫੂਡ ਹੈਗਾ ਆ, ਜਿਹੜਾ ਕਿ ਮਤਲਬ ਜਲਿਆ ਫੂਡ ਹੈਗਾ ਆ, ਜਾਂ ਇਸ ਤਰ੍ਹਾਂ ਦੇ ਵੀ ਕਈ ਫੂਡਸ ਹੈਗੇ ਆ ਜਿਹੜੇ ਕਿ ਕਾਰਸੀਨੋਜੈਨਿਕ ਵੀ ਹੋ ਸਕਦੇ ਹੈਗੇ ਆ। ਉਹ ਅਗਰ ਇਸ ਤਰ੍ਹਾਂ ਦੇ ਫੂਡਸ ਅਸੀਂ ਇਸਤੇਮਾਲ ਕਰਦੇ ਹੈਗੇ ਆ ਤਾਂ ਉਹਨਾਂ ਨਾਲ ਸਾਡੀ ਇਮਿਊਨਿਟੀ ਨੂੰ ਫਰਕ ਪੈ ਜਾਂਦਾ ਹੈਗਾ, ਉਹ ਸਾਡੀ ਇਮਿਊਨਿਟੀ ਲੋ ਹੋ ਜਾਂਦੀ ਹੈਗੀ ਆ। ਤੇ ਇਸ ਨਿਸਬਤ ਅਗਰ ਅਸੀਂ ਅੱਛੇ ਫੂਡ ਖਾਂਦੇ ਆ ਜਿਹੜੇ ਕਿ ਸਿਹਤਮੰਦ ਜਿਹਨਾਂ ਨੂੰ ਅਸੀਂ ਕਹਿੰਦੇ ਆ, ਜਿਹੜੇ ਅਸੀਂ ਆਮ ਤੌਰ ਤੇ ਇਹੀ ਕਹਿੰਦੇ ਆ ਕਿ ਤੁਹਾਨੂੰ ਇਸ ਤਰ੍ਹਾਂ ਦੇ ਖਾਣੇ ਖਾਣੇ ਚਾਹੀਦੇ ਹੈਗੇ ਆ, ਨੈਚੁਰਲ ਖਾਣੇ ਚਾਹੀਦੇ ਆ ਔਰ ਉਹਦੇ ਵਿੱਚ ਕੋਈ ਵੀ ਪ੍ਰੋਸੈਸਡ ਫੂਡ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਕੈਮੀਕਲ ਰਿਲੇਟਡ ਫੂਡ ਨਹੀਂ ਹੋਣਾ ਚਾਹੀਦਾ। ਔਰ ਇਸ ਤਰ੍ਹਾਂ ਦੀ ਜਿਹੜੇ ਮਤਲਬ ਫੂਡਸ ਹੈਗੇ ਆ ਜਿਹਨਾਂ ਦੇ ਵਿੱਚ ਵਿਟਾਮਿਨ ਮਿਨਰਲਸ ਔਰ ਸਾਰੇ ਪ੍ਰੈਜ਼ੈਂਟ ਹੈਗੇ ਆ, ਉਹ ਫੂਡ ਸਾਡੀ ਜਿਹੜੀ ਇਮਿਊਨਿਟੀ ਹੈ ਉਹਨੂੰ ਕਾਫੀ बढ़ा ਦਿੰਦੇ ਆ। ਦੂਸਰਾ ਹੈ ਸਾਡਾ ਲਾਈਫ ਸਟਾਈਲ ਦੇ ਵਿੱਚ ਸਾਡੀ ਸਭ ਤੋਂ ਵੱਡੀ ਗੱਲ ਹੈ ਐਕਸਰਸਾਈਜ਼। ਜੇ ਅਸੀਂ ਐਕਸਰਸਾਈਜ਼ ਕਰਦੇ ਹਾਂ ਉਹਦੇ ਨਾਲ ਜਿਹੜੀ ਮੋਡਰੇਟ ਐਕਸਰਸਾਈਜ਼ ਹੈ ਉਹਦੇ ਨਾਲ ਸਾਡੀ ਇਮਿਊਨਿਟੀ बढ़ती ਹੈਗੀ ਆ। ਫਿਰ ਸਾਡੀ ਸਲੀਪ ਹੈ, ਜੇ ਅਗਰ 7 ਤੋਂ 8 ਘੰਟੇ ਅਸੀਂ ਸਲੀਪ ਲੈਂਦੇ ਹੈਗੇ ਆ ਤਾਂ ਉਹਦੇ ਨਾਲ ਵੀ ਸਾਡੀ ਇਮਿਊਨਿਟੀ ਜਿਹੜੀ ਆ ਉਹ ਵਧਦੀ ਹੈ ਔਰ ਉਹਦੇ ਨਾਲ ਸਾਡੀ ਬੋਡੀ ਦੀ ਰਿਪੇਅਰ ਜਿਹੜੀ ਸਲੀਪ ਹੈ ਇਹ ਇੱਕੋ ਇੱਕ ਐਸਾ ਪ੍ਰੋਸੈਸ ਹੈ ਕੁਦਰਤ ਨੇ ਸਾਨੂੰ ਬਖਸ਼ਿਆ ਹੈ ਕਿ ਇਸ ਦੇ ਵਿੱਚ ਹੀ ਸਾਡੀ ਜਿਹੜੀ ਗਰੋਥ ਹੈਗੀ ਆ, ਡਿਵੈਲਪਮੈਂਟ ਹੈਗੀ ਆ ਔਰ ਰਿਪੇਅਰ ਹੈਗੀ ਆ, ਉਹ ਇਸੇ ਤਰ੍ਹਾਂ ਹੁੰਦੀ ਹੈਗੀ ਆ। ਅਗਰ ਸਾਨੂੰ ਨੀਂਦ ਪ੍ਰੋਪਰ ਨਹੀਂ ਆਉਂਦੀ ਜਾਂ ਅਸੀਂ ਨੀਂਦ ਪ੍ਰੋਪਰ ਨਹੀਂ ਲੈਂਦੇ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਔਰ ਸਾਡੀ ਇਮਿਊਨਿਟੀ ਨੂੰ ਵੀ ਖਤਰਾ ਹੋ ਜਾਂਦਾ ਹੈ। ਸੋ ਇਸ ਕਰਕੇ ਸਾਡੀ ਸਲੀਪ ਵੀ ਪੂਰੀ ਹੋਣੀ ਚਾਹੀਦੀ ਆ, ਸਾਡੀ ਐਕਸਰਸਾਈਜ਼ ਵੀ ਪੂਰੀ ਹੋਣੀ ਚਾਹੀਦੀ ਆ ਔਰ ਸਾਡੇ ਮਾਈਂਡ ਦੇ ਉੱਤੇ ਸਟ੍ਰੈਸ ਨਹੀਂ ਹੋਣਾ ਚਾਹੀਦਾ, ਜਿਹੜਾ ਕਿ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈਗਾ। ਜਦੋਂ ਤੁਹਾਡੇ ਮਾਈਂਡ ਦੇ ਵਿੱਚ ਸਟ੍ਰੈਸ ਹੋਏਗਾ ਤੁਸੀਂ ਹਰ ਵੇਲੇ ਇਹਦਾ ਫਾਈਟ ਐਂਡ ਫਲਾਈਟ ਮੋਡ ਦੇ ਵਿੱਚ ਰਹਿੰਦੇ ਆ, ਉਹਦੇ ਵਿੱਚ ਤੁਹਾਡੀ ਡਾਈਜੈਸ਼ਨ ਵੀ ਇਫੈਕਟ ਕਰਦੀ ਹੈ, ਤੁਹਾਡੀ ਬੋਡੀ ਦੀ ਗਰੋਥ ਵੀ ਮਤਲਬ ਇਫੈਕਟ ਕਰਦੀ ਆ, ਤੁਹਾਡੀ ਡਿਵੈਲਪਮੈਂਟ ਵੀ ਇਫੈਕਟ ਕਰਦੀ ਆ ਤੇ ਤੁਹਾਡੀ ਰੀਪਰੋਡਕਸ਼ਨ ਵੀ ਇਫੈਕਟ ਕਰਦੀ ਆ ਔਰ ਤੁਹਾਡੇ ਜਿੰਨੇ ਵੀ ਸਿਸਟਮ ਹੈਗੇ ਆ ਉਹ ਸਾਰੇ ਸਾਈਲੈਂਟ ਮੋਡ ਦੇ ਉੱਤੇ ਚੱਲ ਜਾਂਦੇ ਹੈਗੇ। ਸੋ ਇਸ ਕਰਕੇ ਇਹ 3-4 ਚੀਜ਼ਾਂ ਜਿਹੜੀਆਂ ਲਾਈਫ ਸਟਾਈਲ ਦੀਆਂ ਹੈਗੀਆਂ ਆ ਔਰ ਰੈਸਟ ਜਿਹੜੀ ਹੈਗੀ ਆ ਉਹ ਵੀ ਬੜੀ ਇੰਪੋਰਟੈਂਟ ਹੈਗੀ ਆ। ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਆਪਣੀ ਲਾਈਫ ਸਟਾਈਲ ਦੇ ਵਿੱਚ ਵਰਤਦੇ ਹੋ ਤੇ ਉਹਦੇ ਨਾਲ ਤੁਹਾਨੂੰ ਤੁਹਾਡੀ ਇਮਿਊਨਿਟੀ ਵੀ ਸਟਰੋਂਗ ਹੋਏਗੀ ਔਰ ਤੁਹਾਡੀ ਬੋਡੀ ਵੀ ਅੱਛੀ ਰੋਗ ਮੁਕਤ ਹੋਏਗੀ। ਜੀ ਡਾਕਟਰ, ਜਿਵੇਂ ਕਈ ਕੇਸ ਡਾਕਟਰ ਆਉਂਦੀਆਂ ਹੈਗੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਦਾਂ ਦੇ ਮਤਲਬ ਕਾਰਨ ਲੱਛਣ ਆਉਂਦੇ ਆ ਜਿਵੇਂ ਕਹਿੰਦੇ ਸਾਨੂੰ ਸੁਸਤੀ ਹੁੰਦੀ ਆ ਜਾਂ ਥਕਾਵਟ ਹੈ ਜਾਂ ਫਿਰ ਸਾਡਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ, ਇਹ ਕਿਹੜੇ ਕਾਰਨ ਆਉਂਦੇ? ਇਹਨਾਂ ਦੇ ਕਾਰਨ
ਕ੍ਰੋਨਿਕ ਡਿਜ਼ੀਜ਼ਸ ਹੈਗੀਆਂ ਉਹਨਾਂ ਸਭ ਦੇ ਵਿੱਚ ਇਹ ਆਮ ਸਿੰਪਟਮਸ ਹੁੰਦੇ ਹੈਗੇ ਆ। ਪਰ ਮੇਨਲੀ ਜਿਨ੍ਹਾਂ ਨੂੰ ਅਨੀਮੀਆ ਹੈ, ਜਿਨ੍ਹਾਂ ਦੇ ਖੂਨ ਦੀ ਜਿਹੜੀ ਹੀਮੋਗਲੋਬਿਨ ਹੈ ਉਹ ਤਕਰੀਬਨ 9 ਗ੍ਰਾਮ ਤੋਂ ਘੱਟ ਹੈ, ਉਹਨਾਂ ਨੂੰ ਇਸ ਤਰ੍ਹਾਂ ਦੇ ਸਿੰਪਟਮ ਹੋ ਜਾਂਦੇ ਆ। ਫਿਰ ਕਈ ਹਾਈਪੋਥਾਇਰਾਇਡਿਜ਼ਮ ਦੇ ਕੇਸਿਸ ਹੈਗੇ ਆ, ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਸਿੰਪਟਮਸ ਹੋ ਜਾਂਦੇ ਆ। ਫਿਰ ਕਈ ਲੇਡੀਜ਼ ਨੂੰ ਮੋਟਾਪਾ ਹੈ, ਉਹਨਾਂ ਦੇ ਵੀ ਇਹੀ ਸਿੰਪਟਮ ਹੋ ਜਾਂਦੇ ਆ, ਕਿਉਂਕਿ ਉਹਨਾਂ ਦੀ ਬਾਡੀ ਤਾਂ 50 ਕਿਲੋ ਦੀ ਚੱਕਣ ਲਈ ਬਣੀ ਹੋਈ ਹੈ ਤੇ ਉਹਨਾਂ ਨੇ 80 ਕਿਲੋ 100 ਕਿਲੋ ਉਹਨਾਂ ਦਾ ਵਜ਼ਨ ਹੈ ਤੇ ਉਹ ਚੱਕ ਨਹੀਂ ਸਕਦੇ ਤੇ ਨੈਚੁਰਲੀ ਉਹਨਾਂ ਨੂੰ ਥਕਾਵਟ ਹੋਣੀ ਆ ਔਰ ਉਹ ਆਪਣਾ ਵਜ਼ਨ ਨੂੰ ਸੰਭਾਲ ਨਹੀਂ ਸਕਦੇ। ਫਿਰ ਇਹਦੇ ਵਿੱਚ ਹੋਰ ਵੀ ਕਈ ਡਿਪਰੈਸ਼ਨ ਹੈ, डिप्रेशन के विच सारी बॉडी इस तरह लगती है कि किसी काम की नहीं है और उसके विच भी इस तरह हो जाता है। और कई बार किडनी प्रॉब्लम्स होंदियां या डाइजेस्टिव प्रॉब्लम्स होंदियां, खाना हजम नहीं प्रॉपर होता ते नेचुरली उन्हां नूं एनर्जी नहीं मिलती और इस तरह की कोई भी क्रॉनिक डिजीज जिहड़ी हैगी आ ਉਹਦੇ ਵਿੱਚ ਇਹ ਸਾਰੇ ਸਿੰਪਟਮ ਜਿਹੜੇ ਹੈਗੇ ਆ ਇਹ ਦੇਖਣ ਨੂੰ ਮਿਲਦੇ जी। मतलब कि अगर आप कहना चाहिए तो यही कह सकते कंप्लीटली कि डायग्नोज करने तो बाद ही आप इस चीज हाँ एक्चुअल ਤਾਂ यही है कि अगर ਅਸੀਂ प्रॉपर ਕਾਜ਼ੇਟਿਵ ਏਜੰਟ ਪਤਾ ਕਰ ਲਈਏ ਕਿ ਕੀ ਕਾਜ਼ ਕੀ ਹੈ, ਅਗਰ ਉਹਦਾ ਕਾਜ਼ ਪਤਾ ਲੱਗ ਜਾਏਗਾ ਤਾਂ ਅਸੀਂ ਬਿਲ ਹਿੱਟ ਦਾ ਬੁਲਸਾਈ ਉਹਨੂੰ ਅਸੀਂ ਐਗਜ਼ੈਕਟ ਉਹੀ ਚੀਜ਼ ਕਰਾਂਗੇ ਔਰ ਉਹਨੂੰ ਅਸੀਂ ਠੀਕ ਕਰ ਲਵਾਂਗੇ। ਤੇ ਅਦਰਵਾਈਜ਼ ਜਨਰਲ ਪੇਨਸ ਜਿਹੜੇ ਹੈਗੇ ਆ ਉਹ ਅਸੀਂ ਲੈ ਸਕਦੇ ਹਾਂ ਔਰ ਉਹਦੇ ਨਾਲ ਹਿੱਟ ਐਂਡ ਟ੍ਰਾਇਲ ਹੈ ਕਿ ਠੀਕ ਹੁੰਦਾ ਹੈ। ਜਿਵੇਂ ਡਾਕਟਰ ਸਾਹਿਬ ਨੂੰ ਮੋਟਾਪੇ ਦੀ ਗੱਲ ਆਪਣੀ ਚੱਲੀ ਹੈਗੀ ਆ ਤੇ ਇਹਦੇ ਵਿੱਚ ਮੋਟਾਪਾ ਜਿਹੜਾ ਕਹਿ ਲਓ ਅੱਜ ਕੱਲ੍ਹ ਦੀ ਇੱਕ ਭਿਆਨਕ ਬਿਮਾਰੀ ਬਣ ਚੁੱਕੀ ਹੈ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹਰ ਬਿਮਾਰੀ ਦੀ ਸ਼ੁਰੂਆਤ ਹੀ ਮੋਟਾਪੇ ਤੋਂ ਹੁੰਦੀ ਹੈ। ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਨੂੰ ਇਹ ਜਿਹੜੀ ਓਬੇਸਿਟੀ ਹੈਗੀ ਆ ਇਹ ਹੈਗੀ ਆ, ਇਹਦਾ ਕੀ ਕਾਰਨ ਹੈ, ਕਿਵੇਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ? ਓਬੇਸਿਟੀ ਜਿਹੜੀ ਹੈ ਇਹ ਅੱਜ ਕੱਲ੍ਹ ਦੀ ਬਿਮਾਰੀ ਹੈ। ਪਹਿਲਾਂ ਓਬੇਸਿਟੀ ਇੰਨੀ ਨਹੀਂ ਸੀ, ਹੁਣ ਅੱਜ ਕੱਲ੍ਹ ਓਬੇਸਿਟੀ ਕਿਉਂ ਹੈ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਉਹ ਉਹਦੇ ਕਰਕੇ ਹੈ। ਓਬੇਸਿਟੀ ਦੇ ਵਿੱਚ ਸਾਡਾ ਜਿਹੜਾ ਖਾਣ ਪਾਣ ਹੈ ਉਹ ਇਸ ਤਰ੍ਹਾਂ ਜਿਹੜੀ ਅਗਰ ਅਸੀਂ ਤੁਹਾਨੂੰ ਹਿਸਟਰੀ ਦੱਸਣੀ ਚਾਹਾਂ ਥੋੜ੍ਹੇ ਮਿੰਟ ਲੱਗਣਗੇ। ਉਹ ਹਿਸਟਰੀ ਇਹ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਸਾਡੀ ਖੁਰਾਕ ਦੇ ਵਿੱਚ ਸਾਡਾ ਜਿਹੜਾ ਘੀ ਹੈ ਦੇਸੀ ਘੀ ਉਹਦਾ ਬਹੁਤ ਮਹੱਤਵ ਸੀ। ਉਹ ਅਸੀਂ ਕਾਫੀ ਮਾਤਰਾ ਦੇ ਵਿੱਚ ਮਤਲਬ ਕਿ ਸ਼ੱਕਰ ਲੈ ਲੈਂਦੇ ਸੀ, ਮੱਖਣ ਲੈ ਲੈਂਦੇ ਸੀ, ਸਾਗ ਦੇ ਵਿੱਚ ਮੱਖਣ ਪਾ ਲੈਣਾ, ਸਬਜ਼ੀ ਦਾਲ ਦੇ ਵਿੱਚ ਮੱਖਣ ਪਾ ਲੈਣਾ ਔਰ ਘੀ ਦੀ ਜਿਹੜੀ ਮਾਤਰਾ ਸੀ ਉਹ ਕਾਫੀ ਜ਼ਿਆਦਾ ਸੀ। ਔਰ ਜਦੋਂ ਅਸੀਂ ਘੀ ਵਗੈਰਾ ਖਾਂਦੇ ਸੀ, ਫੈਟਸ ਲੈਂਦੇ ਸੀ ਤਾਂ ਉਹਦੇ ਨਾਲ ਫਿਰ ਸਾਨੂੰ ਇੱਕ ਤਰ੍ਹਾਂ ਦੀ ਸਟਾਈਟੀ ਹੋ ਜਾਂਦੀ ਸੀ ਕਿ ਸਾਨੂੰ ਭੁੱਖ ਨਹੀਂ ਸੀ ਲੱਗਦੀ। ਜਦੋਂ ਭੁੱਖ ਨਹੀਂ ਸੀ ਲੱਗਦੀ ਤਾਂ ਸਾਡੀ ਜਿਹੜੀ ਖੁਰਾਕ ਦੇ ਵਿੱਚ ਕਣਕ ਦੀ ਮਾਤਰਾ ਸੀ, ਰੋਟੀਆਂ ਦੀ ਮਾਤਰਾ ਸੀ ਉਹ ਘੱਟ ਸੀ। ਪਰ ਜਦੋਂ ਡਾਕਟਰਸ ਨੇ ਔਰ ਸਾਡੇ ਸਾਇੰਸਦਾਨਾਂ ਨੇ ਇਹ ਕਹਿ ਦਿੱਤਾ ਕਿ ਇਹ ਜਿਹੜਾ ਹੈਗਾ ਉਹ ਤੁਹਾਡੇ ਲਈ ਹਾਰਟ ਅਟੈਕ ਪੈਦਾ ਕਰੇਗਾ ਔਰ ਉਹਨੂੰ ਤੁਸੀਂ ਪਰਹੇਜ਼ ਕਰੋ। ਤੇ ਨੈਚੁਰਲੀ ਜਦੋਂ ਘੀ ਦਾ ਪਰਹੇਜ਼ ਕੀਤਾ ਤੇ ਫਿਰ ਸਾਡੇ ਕੋਲ ਕੀ ਰਹਿ ਗਿਆ, ਪ੍ਰੋਟੀਨ ਔਰ ਕਾਰਬੋਹਾਈਡਰੇਟ ਰਹਿ ਗਏ। ਜਦੋਂ ਕਾਰਬੋਹਾਈਡਰੇਟ ਸਾਡੇ ਕੋਲ ਰਹਿ ਗਏ ਤੇ ਕਾਰਬੋਹਾਈਡਰੇਟ ਜਿਹੜੇ ਹੈ ਉਹ ਜ਼ਿਆਦਾ ਮਾਤਰਾ ਦੇ ਵਿੱਚ ਹੋ ਜਾਂਦੇ। ਉਹਨਾਂ ਦੀ ਇੱਕ ਹੈ ਕਿ ਜਦੋਂ ਤੁਸੀਂ ਕਾਰਬੋਹਾਈਡਰੇਟ ਖਾਂਦੇ ਆ ਤੇ 2 ਘੰਟੇ ਬਾਅਦ ਉਹ ਹਜ਼ਮ ਹੋ ਜਾਂਦੇ ਆ। 2 ਘੰਟੇ ਬਾਅਦ ਫਿਰ ਤੁਹਾਨੂੰ ਭੁੱਖ ਲੱਗ ਜਾਂਦੀ ਹੈਗੀ ਆ ਔਰ 2 ਘੰਟੇ ਬਾਅਦ ਫਿਰ ਤੁਸੀਂ ਚਾਹੁੰਦੇ ਆ ਕਿ ਸਾਨੂੰ ਹੋਰ ਖਾਣਾ ਹੋਵੇ। ਔਰ ਇਸ ਤਰ੍ਹਾਂ ਕੀ ਹੁੰਦਾ ਸੀ ਕਿ ਜਦੋਂ ਅਸੀਂ ਫੈਟ ਨੂੰ ਛੱਡ ਦਿੱਤਾ ਤੇ ਸਾਨੂੰ ਭੁੱਖ ਜ਼ਿਆਦਾ ਲੱਗਦੀ ਤੇ ਭੁੱਖ ਅਗਰ ਭੁੱਖ ਲੱਗਦੀ ਤੇ ਅਸੀਂ ਪ੍ਰੋਟੀਨ ਦਾ ਇਸਤੇਮਾਲ ਵੀ ਕਰਦੇ ਤੇ ਖੁਰਾਕ ਜਿਹੜੀ ਸੀ ਸਾਨੂੰ ਕਾਰਬੋਹਾਈਡਰੇਟ ਤੇ ਜ਼ਿਆਦਾ ਡਿਪੈਂਡੈਂਟ ਨਾ ਹੋਣਾ ਪੈਂਦਾ, ਫਿਰ ਤਾਂ ਥੋੜਾ ਬਹੁਤ ਅਸੀਂ ਬਚ ਜਾਂਦੇ, ਬੈਲੈਂਸਡ ਹੋ ਜਾਂਦੀ। ਪਰ ਅਸੀਂ ਇੱਕਦਮ ਘੀ ਨੂੰ ਛੱਡ ਕੇ ਕਾਰਬੋਹਾਈਡਰੇਟ ਡਿਪੈਂਡੈਂਟ ਹੋ ਗਏ ਔਰ ਅੱਜ ਵੀ ਜਿਹੜੇ ਲੋਕ ਹੈਗੇ ਆ ਉਹ ਰੋਟੀਆਂ 4-4 5-5 6-6 ਖਾ ਲੈਂਦੇ ਹੈਗੇ ਆ ਔਰ ਉਸ ਤੋਂ ਬਾਅਦ ਵੀ 2 ਘੰਟੇ ਬਾਅਦ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈਗੀ ਆ क्योंकि कार्बोहाइड्रेट कोई भी है जब एकदम शूट करता है फिर एकदम थले आ जाता है इंसुलिन लेवल और ब्लड ग्लूकोज लेवल वो फिर भुख ला देता है। सो इस साइकिल ਦੇ ਵਿੱਚ ਜਦੋਂ ਅਸੀਂ ਪੈ ਗਏ ਤਾਂ ਸਾਡੀ ਕਾਰਬੋਹਾਈਡਰੇਟ ਦੀ ਮਾਤਰਾ ਜਿਹੜੀ ਸੀ ਉਹ ਜ਼ਿਆਦਾ ਹੋ ਗਈ ਔਰ ਇਹੀ ਕਾਰਨ ਹੈ ਕਿ ਕਾਰਬੋਹਾਈਡਰੇਟ ਜਿਹੜਾ ਹੈ ਇਹ ਇੰਸੂਲਿਨ ਨੂੰ ਬੜਾਵਾ ਦਿੰਦਾ ਹੈ ਔਰ ਸਾਡੀ ਬਾਡੀ ਦੇ ਵਿੱਚ ਇੱਕ
ਜਿਹੜਾ ਕਿ ਫੈਟ ਨੂੰ ਐਕਿਊਮੂਲੇਟ ਕਰਦਾ ਹੈਗਾ ਔਰ ਉਹੀ ਫੈਟ ਜਿਹੜੀ ਹੈਗੀ ਆ ਉਹ ਸਾਡੇ ਬੋਡੀ ਸਿਸਟਮ ਦੇ ਵਿੱਚ ਲੱਗ ਜਾਂਦੀ ਆ ਔਰ ਸਾਨੂੰ ਮੋਟਾਪਾ ਦਿੰਦੀ ਹੈਗੀ ਆ। ਇਹ ਸਭ ਤੋਂ ਵੱਡਾ ਕਾਰਨ ਹੈ ਕਿ ਅਗਰ ਅੱਜ ਵੀ ਅਸੀਂ ਇਸ ਸਿਸਟਮ ਜਿਹੜਾ ਫੈਟ ਨੂੰ ਅਸੀਂ ਬਹੁਤ ਤਨਾਜ਼ਲੀ ਦਿੱਤੀ ਹੋਈ ਆ ਔਰ ਉਹਨੂੰ ਅਸੀਂ ਬਹੁਤ ਪਹਿਲਾ ਸਮਝਦੇ ਹਾਂ, ਅਗਰ ਅਸੀਂ ਉਹ ਛੱਡ ਦੇਈਏ ਔਰ ਬੈਲੈਂਸਡ ਡਾਈਟ ਲੈ ਕੇ फैट को जितनी सानू लोड़ है वो असी लईए, गुड फैट्स लेने हैं तो मेरा ख्याल है कि असी इस बीमारी को भी अपना ले सकते हैं, फैट ले सकते हैं।